कुछ दिन पहले सरपंच के लड़के वालों गोलियां मार के 2 भैनों का कतल कर दिता गया सी, जिस तो बाद हुण दोबारा कतल लड़के नूं गिरफ्तार कर लिया गया सी अते बाद विच उसदे पिता नूं भी गिरफ्तार कर लिया गया क्योंकि उसने अपने पिता के हथियार नाल कीता सी कतल। लड़कियां दलित परिवार नाल संबंध रखदियां सन, जिस करके SC ST दे राष्ट्रीय उप चेयरमैन विजय सांपला स्पैशल पीड़ित परिवार को मिलने पहुंचे और उन्होंने कहा कि पीड़ित परिवार उपर किसी तरह का भी दबाव नहीं होता जाएगा। उन्होंने कहा कि परिवार को पहला ही सुरक्षा दी जा चुकी है और कतल करने वाला लड़का तो उसका पिता भी गिरफ्तार हो चुके हैं और हथियार भी पुलिस ने बरामद कर लिया है। उन्होंने कहा कि वो SC ST के चेयरमैन की हैसियत नाल आए हैं। उन्होंने कहा कि उन्होंने काम पार्टी वाइज तो उपर उठ के सब नूं पहला पीड़ित को इंसाफ दिवाउण लई है। मोगा पहुंचे विजय सांपला ने कहा कि वो स्पैशल तौर पर पीड़ित परिवार को मिलने आए हैं। उन्होंने कहा कि कतल करने वाला लड़का तो उसके बाप को पुलिस ने गिरफ्तार कर लिया है। कतल में वरत्या गया हथियार भी बरामद कर लिया गया। परिवारक मैंबरों को पहला ही सुरक्षा मुहैया करवाई जा चुकी है और उन्होंने कहा कि परिवारक मैंबरों को इस तरह का दबाव नहीं आउण दिता जाएगा। उन्होंने कहा कि वो पार्टी वाइज तो उपर उठ के पीड़ित को इंसाफ दिवाउण लई काम कर रहे हैं। सिक्खा कलां तो जगतार सिंह सरां की विशेष रिपोर्ट। जिथे विजय सांपला जी आए थे SC कमीशन के चेयरमैन ने की गलबात हुई उन्होंने नाल की आश्वासन दे के गए? हाँ जी, आपां नूं पूरा विश्वास दे के गए जी, उन्होंने पूरा हौसला दे के गए जी। हर पक्षों दोषियों को सज़ा मिलूगी, बाकी जो भी थोड़ियां मंगां पूरीआं होणगीआं जी। परिवार की होर कोई मंग हैगी जिवें पहलां कह रहे थे भी SC ST एक्ट लगना वो लग गया होया, आरोपी भी गिरफ्तार कर लिया, होर कोई मंग? हाँ जी, ਉਹਦੇ 'ਚ ਅਸੀਂ ਸਮੂਹ ਪਰਿਵਾਰ ਵੱਲੋਂ ਔਰ ਸਾਡੇ ਜਥੇਬੰਦੀ ਪੇਂਡੂ ਮਜ਼ਦੂਰ ਜਿਨ੍ਹਾਂ ਵੱਲੋਂ ਇਹ ਮੰਗ ਕੀਤੀ ਸੀ ਕਿ ਇੱਕ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਉਹ ਸਜ਼ਾ ਦਿੱਤੀ ਜਾਵੇ। ਦੂਸਰਾ ਇਹ ਹੈ ਕਿ ਚਲਾਨ ਆ ਜਿਹੜਾ ਉਹ ਜਲਦੀ ਪੇਸ਼ ਕੀਤਾ ਜਾਵੇ ਦੋਸ਼ੀਆਂ ਦਾ। ਤੀਸਰਾ ਇਹ ਹੈ ਕਿ ਪਰਿਵਾਰ ਨੂੰ ਸਰਕਾਰੀ ਨੌਕਰੀ ਆ ਜਿਹੜੀ ਉਹ ਦਿੱਤੀ ਜਾਵੇ ਅਤੇ 50 ਲੱਖ ਰੁਪਏ ਦਾ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ। ਇਹ ਮੰਗਾਂ 'ਤੇ ਉੱਤੇ ਜਿਹੜੇ ਸਾਡੇ ਸਾਂਪਲਾ ਸਾਡੇ ਮੰਤਰੀ ਜੀ ਆਏ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਇਹ ਜਾਇਜ਼ ਨੇ, ਮੰਗਣਯੋਗ ਨੇ, ਇਹ ਅਸੀਂ ਪੂਰੀਆਂ ਕਰਾਂਗੇ। ਅੱਜ ਇੱਥੇ ਪਹੁੰਚੀਆਂ ਵਿਜੇ ਸੰਪਲਾ ਦੇ ਨਾਲ ਪਹੁੰਚੇ ਸੀਗੇ ਸਰ, ਕੀ ਵਿਸ਼ਵਾਸ ਦਿਵਾਇਆ ਪਰਿਵਾਰ ਸੰਤੁਸ਼ਟ ਆ ਸਰ ਪ੍ਰਸ਼ਾਸਨ ਅਧਿਕਾਰੀਆਂ? ਦੇਖੋ ਜੀ, ਚੇਅਰਮੈਨ ਸਾਹਿਬ ਮਿਲੇ ਸੀਗੇ ਉਹਨਾਂ ਨੂੰ, ਪਰਿਵਾਰ ਸੰਤੁਸ਼ਟ ਹੈ। ਇਹ ਬੜੀ ਮੰਦਭਾਗੀ ਘਟਨਾ ਹੈਗੀ, ਬਹੁਤ ਘਿਨੌਣਾ ਜੁਰਮ ਹੈਗਾ। ਸੋ ਉਹਦੇ ਵਿੱਚ ਹੁਣ ਜੋ ਪੁਲਿਸ ਨੇ ਜੋ ਕਾਰਵਾਈ ਕਰਨੀ ਸੀਗੀ, ਦੋਸ਼ੀ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਿਆ ਹੈਗਾ, ਵੈਪਨ ਵੀ ਰਿਕਵਰ ਹੋ ਗਿਆ ਔਰ ਦੋਸ਼ੀ ਦੇ ਪਿਤਾ ਜਿਹੜੇ ਹੈਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਕਿਉਂਕਿ ਵੈਪਨ ਜਿਹੜਾ ਹੈਗਾ ਲਾਇਸੈਂਸ ਉਹਨਾਂ ਦੇ ਨਾਂ 'ਤੇ ਸੀ, ਉਹ ਮਿਸਯੂਜ਼ ਹੋਇਆ ਹੈਗਾ। ਸੋ ਉਸ ਤੋਂ ਇਲਾਵਾ ਪੁਲਿਸ ਨੇ ਜਿਹੜਾ ਹੈ ਅਰੈਸਟ ਪਾ ਕੇ ਜੋ ਕਾਨੂੰਨੀ ਕਾਰਵਾਈ ਹੋਣੀ ਉਹ ਤਾਂ ਹੁਣ ਜਿਹੜੀ ਹੈ ਉਹ ਚੱਲ ਰਿਹਾ ਪ੍ਰੋਸੈਸ। ਉਸ ਤੋਂ ਇਲਾਵਾ ਜਿਹੜਾ ਜੋ ਅੰਡਰ ਦ ਪ੍ਰੀਵੈਂਸ਼ਨ ਆਫ ਐਟਰੋਸਿਟੀਜ਼ ਐਕਟ ਜੋ ਪਰਿਵਾਰ ਨੂੰ ਜੋ ਕੰਪਨਸੇਸ਼ਨ ਮਿਲਣੀ ਹੈ, ਜੋ ਐਂਟਾਈਟਲਮੈਂਟ ਹੈਗੀ ਹੈ, ਉਹ ਜਿਹੜਾ ਹੈਗਾ ਉਹ ਅਸੀਂ ਕੁਛ ਤਾਂ ਜਿਹੜੀ ਹੈਗੀ ਹੈ 50% ਰਕਮ ਦੇ ਦਿੱਤੀ ਹੈਗੀ, 8.25 ਲੱਖ ਰੁਪਇਆ। ਬਾਕੀ ਦਾ 8.25 ਲੱਖ ਰੁਪਇਆ ਮਿਲੂਗਾ ਜਿਸ ਦਿਨ ਚਲਾਨ ਜਿਹੜਾ ਹੈ ਕੋਰਟ ਵਿੱਚ ਜਿਹੜਾ ਪੇਸ਼ ਹੋ ਜਾਊਗਾ। ਉਸ ਤੋਂ ਇਲਾਵਾ ਪਰਿਵਾਰ ਦੀਆਂ ਕੁਝ ਹੋਰ ਜਿਹੜੀਆਂ ਇਹ ਹੈਗੀਆਂ ਇਹਨਾਂ ਦੀਆਂ ਮੰਗਾਂ ਕਿ ਇੱਕ ਪਰਿਵਾਰ ਨੂੰ ਜਿਹੜੀ ਇੱਕ ਜੀ ਨੂੰ ਨੌਕਰੀ ਔਰ ਪੈਨਸ਼ਨ, ਉਹ ਜਿਹੜੀਆਂ ਹੈਗੀਆਂ ਸਾਰੀਆਂ ਉਹ ਫਿਰ ਫਾਈਲ 'ਤੇ ਡੀਲ ਹੋ ਕੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਨੇ ਦੋਸ਼ ਲਾਇਆ, ਕਹਿੰਦੇ ਵੀ ਤੁਹਾਨੂੰ ਧਮਕੀਆਂ ਮਿਲ ਰਹੀਆਂ ਸਰ, ਕੋਈ ਤੁਹਾਡੇ ਨੋਟਿਸ ਦੇ ਵਿੱਚ ਆਇਆ? ਦੇਖੋ ਹੁਣ ਚੇਅਰਮੈਨ ਸਾਹਿਬ ਮਿਲੇ ਪਰਿਵਾਰ ਨੂੰ ਤੇ ਉਹਨਾਂ ਨਾਲ ਤਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ, ਲੇਕਿਨ ਅਦਰਵਾਈਜ਼ ਉਹਨਾਂ ਨੂੰ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰ ਦਿੱਤੀ ਗਈ ਹੈ। ਧੰਨਵਾਦ ਸਰ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਿਆ। ਉੱਥੇ ਇਸ ਘਟਨਾ ਦੀ ਪੂਰੀ ਜਾਣਕਾਰੀ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਬੈਠਕ ਕੀਤੀ ਹੈ ਔਰ ਲਾਅ ਐਂਡ ਵਾਸਤੇ ਵੀ ਅਸੀਂ ਜਿਹੜਾ ਉਹਦੇ 'ਚ ਪੁਲਿਸ ਦੀ ਕਾਰਗੁਜ਼ਾਰੀ ਕੀ ਰਹੀ ਹੈ ਉਹਦੇ ਵਾਸਤੇ ਵੀ ਗੱਲ ਕੀਤੀ ਹੈ ਔਰ ਜਿੱਥੇ ਤੱਕ ਉਹਨਾਂ ਨੇ ਦੱਸਿਆ ਕਿ ਜਿਹੜੀ ਕਾਰਵਾਈ ਹੋਈ ਹੈ ਉਹ ਤਾਂ ਤੁਹਾਡੇ ਸਾਰਿਆਂ ਦੇ ਧਿਆਨ 'ਚ ਹੈ ਔਰ ਇਹ ਕੋਈ ਸ਼ੱਕ ਨਹੀਂ ਕਿ ਉਹਦਾ ਮਰਡਰ ਜਿਹੜਾ ਹੈ ਕੀਤਾ ਗਿਆ ਔਰ ਬਹੁਤ ਘਿਨੌਣੀ ਹਰਕਤ ਕੀਤੀ ਗਈ ਹੈ ਔਰ ਜਿੱਥੇ ਅਸੀਂ ਉਹਨਾਂ ਨੂੰ ਦੁੱਖ ਸਾਂਝਾ ਕੀਤਾ ਹੈ ਉੱਥੇ ਪਰਿਵਾਰ ਨੇ ਜਿੱਥੇ ਇਹ ਦੱਸਿਆ ਸੁਰੱਖਿਆ ਦੀ ਮੰਗ ਕੀਤੀ ਗਈ ਉਹ ਤਾਂ ਸੁਰੱਖਿਆ ਉਹਨਾਂ ਨੂੰ ਮਿਲੀ ਹੋਈ ਹੈ, ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡੇ ਪਰਿਵਾਰ ਨੂੰ ਕੁਛ ਮੀਡੀਆ ਦੇ ਚੈਨਲਾਂ ਦੇ ਰਾਹੀਂ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਜਿਹਦਾ ਸੰਗਿਆਨ ਅਸੀਂ ਆਪਣੇ ਸਖਤੀ ਦੇ ਨਾਲ ਲੈਣ ਦੇ ਲਈ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿ ਦਿੱਤਾ ਕਿ ਅਗਰ ਕੋਈ ਵੀ ਚਾਹੇ ਉਹ ਕਿੱਡਾ ਵੀ ਵੱਡਾ ਮੀਡੀਆ ਦਾ ਚੈਨਲ ਹੋਵੇ, ਕਿਸੇ ਨੂੰ ਵੀ ਐਸਾ ਬਦਨਾਮ ਕਰਨ ਦੀ ਕੋਈ ਵੀ ਜਿਹੜੀ ਹੈ ਕਾਰਗੁਜ਼ਾਰੀ ਨਹੀਂ ਕਰ ਸਕਦਾ। ਅਗਰ ਕਰੇਗਾ ਤਾਂ ਉਹ ਵੀ PO ਐਕਟ ਦੇ ਵਿੱਚ, ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਦੇ ਵਿੱਚ ਹੀ ਜਿਹੜਾ ਆਉਂਦਾ ਆ, ਕਿਉਂਕਿ 2016 ਦੀ ਜਿਹੜੀ ਅਮੈਂਡਮੈਂਟ ਵੀ ਹੋ ਗਈ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਵੀ ਆਈਆਂ
ਔਰ ਇਸ ਕਰਕੇ ਅਸੀਂ ਉਹਨਾਂ ਤੁਹਾਡੇ ਸਾਰੇ ਵੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਕੇਸ ਨੂੰ ਇਨਕੁਆਇਰੀ ਕਰਨ ਦਾ ਅਧਿਕਾਰ ਜਿਹੜਾ ਉਹ ਪੁਲਿਸ ਦੇ ਕੋਲ ਹੈ। ਤੁਹਾਡੇ ਕੋਲ ਵੀ ਉਸ ਦੀ ਜਾਨ ਦੀ ਚਰਚਾ ਕਰਨ ਦੀ ਅਧਿਕਾਰ ਹੁੰਦਾ ਹੈ, ਪਰ ਕਿਸੇ ਨੂੰ ਬਦਨਾਮ ਕਰਨ ਦਾ ਅਧਿਕਾਰ ਨਹੀਂ ਹੁੰਦਾ। ਸੋ ਜਿਨ੍ਹਾਂ ਨੇ ਕੀਤਾ ਹੈ ਔਰ ਜਿਨ੍ਹਾਂ ਵਿਅਕਤੀਆਂ ਨੇ ਉਹਦੇ 'ਤੇ ਐਸੀ ਸਟੇਟਮੈਂਟ ਪਰਿਵਾਰ ਨੂੰ ਬਦਨਾਮ ਕਰਨ ਦੀ ਦਿੱਤੀ ਹੈ, ਉਹਨਾਂ ਨੂੰ ਵੀ ਪੀਓ ਐਕਟ ਦੇ ਅਧੀਨ ਜਿਹੜਾ ਲੈਣਾ ਚਾਹੀਦਾ, ਇਹ ਵੀ ਅਸੀਂ ਕਿਹਾ ਹੈ। ਪਹਿਲਾਂ ਮੈਨੂੰ ਪੂਰੀ ਦੱਸਣ ਦਿਓ। ਦੂਸਰਾ ਜਿਹੜਾ ਆ, ਇਸ ਐਕਟ ਦੇ ਅਧੀਨ ਜਿਹੜਾ ਆ ਪਰਿਵਾਰ ਦੇ ਇੱਕ ਵਿਅਕਤੀ ਨੂੰ ਨੌਕਰੀ ਦੇਣ ਦਾ ਪ੍ਰਾਵਧਾਨ ਹੁੰਦਾ ਹੈ, ਜਿਹੜੀ ਸੂਬਾ ਸਰਕਾਰ ਕਰਦੀ ਆ। ਉਹਦੇ ਲਈ ਵੀ ਅਸੀਂ ਕਹਿਤਾ, ਡੀਸੀ ਸਾਹਿਬ ਨੇ ਸਾਨੂੰ ਦੱਸਿਆ ਕਿ ਉਹਦੇ ਲਈ ਉਹ ਆਪਣੀ ਫਾਈਲ ਜਿਹੜੀ ਆ ਪ੍ਰੋਸੈਸ ਜਿਹੜੀ ਅੱਗੇ ਕਰਕੇ ਭੇਜ ਰਹੇ ਨੇ। ਦੂਸਰਾ, ਇਸ ਐਕਟ ਦੇ ਅਧੀਨ ਪਰਿਵਾਰ ਦੇ ਮੁਖੀ ਨੂੰ ਪੈਨਸ਼ਨ ਦੇ ਰੂਪ ਦੇ ਵਿੱਚ 5000 ਰੁਪਏ ਦੇਣ ਦਾ ਵੀ ਪ੍ਰਾਵਧਾਨ ਹੈ ਔਰ ਉਹਦੀ ਵੀ ਅਸੀਂ ਡੀਸੀ ਸਾਹਿਬ ਨੂੰ ਅੱਗੇ ਪ੍ਰੋਸੈਸ ਕਰਨ ਦੇ ਲਈ ਕਹਿ ਦਿੱਤਾ ਗਿਆ। ਚੌਥਾ, ਪਰਿਵਾਰ ਨੂੰ ਇਹਦੇ ਵਿੱਚ ਐਕਟ ਦੇ ਵਿੱਚ ਹੁੰਦਾ ਕਿ ਅਗਰ ਉਹਨਾਂ ਦੇ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੁੰਦਾ ਤੇ ਉਹਨੂੰ ਕ੍ਰਿਸ਼ੀਯੋਗ ਜ਼ਮੀਨ ਦੇਣ ਦਾ ਵੀ ਇਸ ਐਕਟ 'ਚ ਪ੍ਰਾਵਧਾਨ ਹੈ, ਤੇ ਉਹਦੇ ਲਈ ਵੀ ਅਸੀਂ ਡੀਸੀ ਸਾਹਿਬ ਨੂੰ ਕਿਹਾ ਕਿ ਇਹਦੇ 'ਤੇ ਵੀ ਕਾਰਵਾਈ ਕਰਨ। ਔਰ ਚੌਥਾ ਜਿਹੜਾ ਆ, ਜਿਹੜੇ ਬੱਚੇ ਛੋਟੀ ਉਮਰ ਦੇ ਹੁੰਦੇ ਨੇ ਉਹਦੀ ਟਿਲ ਗ੍ਰੈਜੂਏਸ਼ਨ ਅਪ ਟੂ ਗ੍ਰੈਜੂਏਸ਼ਨ ਜਿਹੜੀ ਆ BA ਕਰਨ ਤੱਕ ਅਗਰ ਬੱਚਾ ਪੜ੍ਹਨਾ ਚਾਹੁੰਦਾ ਹੈ ਤੇ ਉਸ ਦੀ ਵੀ ਜਿਹੜੀ ਭਰਪਾਈ, ਜਿਹੜੀ ਉਹਦੀ ਫੀਸ ਦਾ ਜਿਹੜਾ ਖਰਚਾ ਜਿਹੜਾ ਦੇਣ ਦਾ ਜਿਹੜਾ ਪ੍ਰਾਵਧਾਨ ਇਸ ਐਕਟ ਦੇ ਵਿੱਚ ਦੇ ਤਹਿਤ ਸਰਕਾਰ ਨੂੰ ਜਿਹੜਾ ਉਹ ਦੇਣਾ ਚਾਹੀਦਾ। ਸੂਬਾ ਸਰਕਾਰ ਉਹਦੇ ਲਈ ਇਹ ਵੀ ਸੁਨਿਸ਼ਚਿਤ ਕਰੇ, ਇਹ ਵੀ ਅਸੀਂ ਡੀਸੀ ਸਾਹਿਬ ਨੂੰ ਕਹਿ ਦਿੱਤਾ। ਔਰ ਇਸ ਦੇ ਤੇ ਜੋ ਦੱਸਿਆ ਗਿਆ ਕਿ ਵੀ ਮੁਲਾਜ਼ਮ ਫੜ ਲਏ ਗਏ ਨੇ ਔਰ ਜਿਸ ਮੁੰਡੇ ਨੇ ਗੋਲੀਆਂ ਚਲਾਈਆਂ, ਰਿਵਾਲਵਰ ਦਾ ਲਾਇਸੈਂਸ ਉਹਦੇ ਪਿਤਾ ਦੇ ਨਾਲ ਸੀ ਔਰ ਪਿਤਾ ਨੇ ਉਹ ਜਿਹੜਾ ਉਹਦਾ ਲਾਇਸੈਂਸ ਅਗਰ ਉਹਦੇ ਮੁੰਡੇ ਨੇ ਚਲਾਇਆ ਤੇ ਇਹ ਵੀ ਵਾਇਲੇਸ਼ਨ ਹੈ। ਇਸ ਕਰਕੇ ਉਹਦੇ ਪਿਤਾ ਨੂੰ ਵੀ ਕਹਿੰਦੇ ਗ੍ਰਿਫਤਾਰ ਕਰ ਲਿਆ। ਸੋ ਇਹ ਹਾਲੇ ਤੱਕ ਦੀ ਕਾਰਵਾਈ ਸੀ ਔਰ ਜਿੱਥੇ ਤੱਕ ਹੈ ਕਿ ਪਰਿਵਾਰ ਦੇ ਨਾਲ ਪੂਰਾ ਜਿਹੜਾ ਕਮਿਸ਼ਨ ਔਰ ਅਸੀਂ ਕਹਾਂਗੇ ਕਿ ਸਰਕਾਰ ਉਹਦੇ ਨਾਲ ਖੜੀ ਹੋਏਗੀ ਔਰ ਉਹਦੇ ਲਈ ਉਹਨੂੰ ਕੇਸ ਲੜਨ ਦੇ ਲਈ ਕਿਤੇ ਐਸਾ ਲੱਗੇ ਕਿ ਉਹਦਾ ਕੇਸ ਕਮਜ਼ੋਰ ਹੋ ਰਿਹਾ ਤੇ ਸਰਕਾਰ ਉਹਨੂੰ ਵਕੀਲ ਵੀ ਉਹਨਾਂ ਦੀ ਇੱਛਾ ਅਨੁਸਾਰ ਪ੍ਰੋਵਾਈਡ ਕਰਾਏਗੀ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਆ ਜਿਨ੍ਹਾਂ ਨਾਲ ਇਹ ਕਾਨੂੰਨੀ ਹੋਈ ਹਰਕਤ ਹੋਈ ਆ ਉਹਨਾਂ ਨੂੰ ਇਨਸਾਫ ਮਿਲ ਸਕੇ। ਇਹ ਮੁੱਖ ਰੂਪ 'ਚ ਜਿਹੜੇ ਅੱਜ ਦੀ ਸੀਗੀ ਬਰੀਫਿੰਗ ਹੈ। ਉਸ ਤੋਂ ਇਲਾਵਾ ਤੁਸੀਂ ਕੁਝ ਪਰਿਵਾਰਕ ਮੈਂਬਰਾਂ ਨੇ ਸਰ ਹੋਰ ਕੁਝ ਮੰਗ ਕੀਤੀ ਹੈ ਤੁਹਾਡੇ ਤੋਂ ਜਾਂ ਤੁਸੀਂ ਅੱਜ ਪਹੁੰਚੋ ਇੱਥੇ ਤਾਂ? ਦੇਖੋ, ਪਰਿਵਾਰਕ ਮੈਂਬਰਾਂ ਨੂੰ ਮੈਂ ਤਾਂ ਇਹ ਪੁੱਛਿਆ ਸੀ ਕਿ ਵੀ ਤੁਹਾਨੂੰ ਜਿਹੜੀ ਫਾਈਨੈਂਸ਼ੀਅਲੀ ਮਦਦ ਐਸ ਪਰ ਦਾ ਕਾਨੂੰਨ ਜਿਹੜੀ ਆ ਸੈਂਟਰ ਗਵਰਨਮੈਂਟ ਦੇ ਕਾਨੂੰਨਾਂ ਦੇ ਮੁਤਾਬਿਕ ਮਿਲੇ ਆ ਤੇ ਉਹਨਾਂ ਨੇ ਉਹ ਦੱਸਤਾ ਕਿ 50% ਜਿਹੜਾ ਸਾਨੂੰ ਮਿਲ ਚੁੱਕਾ ਹੈ। ਦੂਸਰਾ, ਸਿਕਿਉਰਿਟੀ ਦੀ ਗੱਲ ਕੀਤੀ ਸੀ, ਉਹ ਤੁਹਾਨੂੰ ਸਿਕਿਉਰਿਟੀ ਉਹਨਾਂ ਨੂੰ ਮਿਲ ਚੁੱਕੀ। ਤੀਸਰਾ, ਜਿਹੜੀ ਉਹਨਾਂ ਨੇ ਜਿਹੜੀ ਸਾਨੂੰ ਅੰਦਰ ਇਕੱਲਿਆਂ ਬੈਠ ਕੇ ਜਿਹੜੀ ਗੱਲ ਦੱਸੀ ਸੀ ਕਿ ਵੀ ਸਾਨੂੰ ਜਿਹੜੀ ਆ ਮੀਡੀਆ ਰਾਹੀਂ ਕहीं ਨਾ ਕहीं ਕਿਸੇ ਚੈਨਲ ਰਾਹੀਂ ਬਦਨਾਮ ਕੀਤਾ ਜਾ ਰਿਹਾ। ਜਿੱਦਾਂ ਵੀ ਹੋਏਗਾ ਅਸੀਂ ਉਹਦੀ ਇਨਵੈਸਟੀਗੇਸ਼ਨ ਲਈ IG ਸਾਹਿਬ ਨੂੰ ਵੀ ਕਹਿ ਦਿੱਤਾ, SSP ਸਾਹਿਬ ਨੂੰ ਵੀ ਕਹਿ ਦਿੱਤਾ ਔਰ ਉਹਦੇ 'ਤੇ ਵੀ ਉਹ ਜਿਹੜੀ ਕਾਰਵਾਈ ਬਣਦੀ ਹੋਈ ਕੀਤੀ ਹੈ। ਸਰ, ਪਰਿਵਾਰ ਨੇ 50 ਲੱਖ ਰੁਪਏ ਦੀ ਇੱਕ ਨੌਕਰੀ ਦੀ ਮੰਗ ਕੀਤੀ ਹੈ ਜੀ ਸਰ। ਦੇਖੋ, ਹਾਲੇ ਤੱਕ ਮੈਂ ਜੋ ਉਸ ਕਾਨੂੰਨ ਦੇ ਪ੍ਰਾਵਧਾਨ ਸੀ ਉਹ ਦੱਸਿਆ। ਇਸ ਤੋਂ ਇਲਾਵਾ ਜਿਹੜਾ ਪੰਜਾਬ ਸਰਕਾਰ ਜਿਹੜੀ ਆ ਉਹਦੀਆਂ ਭਰਪਾਈ ਕਰਨ ਦੇ ਲਈ ਆਪਣੇ ਜਿਹੜਾ ਦੇ ਸਕਦੀ ਆ 1.8 ਲੱਖ ਰੁਪਏ ਦੀ ਜਿਹੜੀ ਆ ਜਿਹੜਾ ਕਾਨੂੰਨ ਦੇ ਮੁਤਾਬਿਕ ਉਹਨਾਂ ਨੂੰ ਦੇਣਾ ਹੁੰਦਾ, ਉਹਦੇ 'ਚ 50% ਪਹਿਲਾਂ 50 ਬਾਅਦ ਹੁੰਦਾ, ਉਹ ਦਿੱਤਾ ਜਾ ਚੁੱਕਾ ਜਿਹੜਾ ਸੈਂਟਰ ਗਵਰਨਮੈਂਟ ਦੀ ਗਾਈਡਲਾਈਨ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਆਪਣਾ ਫਰਜ਼ ਅੱਗੇ ਆ ਕੇ ਵਧਾਉਂਦੀ ਹੈ ਤਾਂ ਵੈਲਕਮ ਹੈ। ਸਰ, ਪੁਲਿਸ ਦੇ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੈ ਪਰਿਵਾਰ? ਦੇਖੋ, ਸੰਤੁਸ਼ਟ ਦੀ ਗੱਲ ਕਹੀਏ ਹਾਲੇ ਤੱਕ ਐਸੀ ਤੱਕ ਤੇ ਨਜ਼ਰ ਨਹੀਂ ਹੈ ਕਿਉਂਕਿ ਉਹਨਾਂ ਨੇ ਮੁਜਰਿਮ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਜਿਹਦਾ ਵੈਪਨ ਵੀ ਗ੍ਰਿਫਤਾਰ ਕਰ ਲਿਆ, ਵੈਪਨ ਤੋਂ ਬਾਅਦ ਜਿਸ ਦੇ ਨਾਂ 'ਤੇ ਵੈਪਨ ਸੀ ਉਹ ਵੀ ਗ੍ਰਿਫਤਾਰ ਕਰ ਲਿਆ। ਸੋ ਇਸ ਕਰਕੇ ਜਿਹੜੀ ਪੁਲਿਸ ਦੀ ਐਕਟੀਵਿਟੀ ਜਿਹੜੀ ਪਹਿਲੀ ਚਾਹੀਦੀ ਸੀ ਉਹਨੂੰ ਤਾਂ ਅਸੀਂ ਦੇਖਦੇ ਹਾਂ ਔਰ ਬਾਕੀ ਜੇ ਕਿਤੇ ਫਿਊਚਰ 'ਚ ਕਿਤੇ ਉਹਨਾਂ ਨੂੰ ਲੋੜ ਪਏਗੀ, ਪਰਿਵਾਰ ਨੂੰ ਐਸਾ ਲੱਗੇਗਾ ਤਾਂ ਸਾਡੇ ਨਾਲ ਗੱਲ ਕਰ ਸਕਦੇ। ਅਸੀਂ ਆਪਣਾ ਨੰਬਰ ਉਹਨੂੰ ਕਮਿਸ਼ਨ ਦਾ ਦੇ ਦਿੱਤਾ। ਸਾਡੇ ਕਮਿਸ਼ਨ ਦੇ ਅਧਿਕਾਰੀ ਜਿਹੜੇ ਉਹ ਚੰਡੀਗੜ੍ਹ ਵੀ ਬੈਠਦੇ ਨੇ ਤੇ ਦਿੱਲੀ ਵੀ ਉਸੇ ਦੇ ਤੌਰ ਤੇ ਕੋਈ ਵੀ ਜਿਹੜਾ ਉਹ ਸੰਪਰਕ ਕਰ ਸਕਦਾ। ਧਮਕੀਆਂ ਦੀ ਹਾਲੇ ਤੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਹਾਲੇ ਤੱਕ ਤਾਂ ਕਿਸੇ ਦੀ ਧਮਕੀ ਨਹੀਂ ਆਈ, ਪਰ ਜੇ ਉਹਨਾਂ ਨੂੰ ਇਹ ਕਹਿ ਕੇ ਆਇਆ ਸੀ ਕਿਉਂਕਿ ਕੱਲ੍ਹ ਨੂੰ ਉਹ ਕਹਿਣ ਕਿ ਸਾਨੂੰ ਕੋਈ ਧਮਕੀ ਦੇ ਰਿਹਾ ਜੇਕਰ ਤੇ ਉਹਦੇ 'ਤੇ ਵੀ ਸਖਤ ਕਾਰਵਾਈ ਕਰਾਵਾਂਗੇ ਔਰ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਔਰ ਖੁੱਲ੍ਹ ਕੇ ਆਪਣੀ ਗੱਲ ਕਰਨਗੇ ਔਰ ਜੇ ਕਿਸੇ ਦੀ ਕੋਈ ਧਮਕੀ ਆਏਗੀ ਤਾਂ ਉਹਨੂੰ ਸਖਤੀ ਨਾਲ ਨਜਿੱਠਾਂਗੇ। ਸਰ, ਪਰਿਵਾਰ ਦੇ ਕੋਈ ਪੋਲੀਟੀਕਲ ਪ੍ਰੈਸ਼ਰ ਤਾਂ ਨਹੀਂ? ਪਰਿਵਾਰ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ? ਦੇਖੋ, ਪਾਰਟੀ ਮੈਂ ਇੱਥੇ ਫੇਰ ਕਹਾਂਗਾ, ਸਾਡਾ ਕਮਿਸ਼ਨ ਦਾ ਕੰਮ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਹੈ। ਉਹ ਕਿਸ ਪਾਰਟੀ ਦੇ ਨਾਲ ਸੰਬੰਧਿਤ ਰੱਖਦਾ, ਉਹ
ਮੌਜੂਦਾ ਸਰਕਾਰ ਨਾਲ ਰੱਖਦਾ, ਆਪੋਜੀਸ਼ਨ ਨਾਲ ਰੱਖਦਾ, ਏ ਪਾਰਟੀ ਨਾਲ, ਬੀ ਨਾਲ, ਸੀ ਨਾਲ, ਕਿਸੇ ਪਾਰਟੀ ਨਾਲ ਤਾਲੁਕਾਤ ਰੱਖਦਾ ਹੋਵੇ, ਕਮਿਸ਼ਨ ਦੇ ਕੰਮਾਂ ਨੂੰ ਕੰਮ ਕਰਦਿਆਂ ਕਿਸੇ ਪਾਰਟੀ ਦਾ ਦਬਾਅ ਨਹੀਂ ਮੰਨਦੀ ਤੇ ਨਾ ਹੀ ਅਸੀਂ ਮੰਨਣ ਦਿਆਂਗੇ।